किताब विपरण की रीत तो सच दा मार्ग भाग दूजा। लेखक सरदार गुरबख्श सिंह काला अफगाना। 6वें कांड का 19वां भाग उस्तत। वाहिगुरू जी का खालसा वाहिगुरू जी की फतेह। महान कोश विच उस्तत का अर्थ शोभा शलाघा जां वडियाई करना लिखिया है अते निंदिया का अर्थ ईरखावश हो के किसी भले पुरुष की बदनामी करना है। निंदा करन दी आदत मनुख नूं नरकी कीड़ा बनाउंदी है, पर निंदिया दे नाल सतगुरां ने किसी की उस्तत करन तो भी वरजिया है। उस्तत निंदा दो बेबरजत तजो मान अभिमाना लोहा कंचन सम कर जानै ते मूरत भगवाना। पन्ना 1123। अर्थ किसी मनुख की उस्तत करनी ਜਾਂ ਕਿਸੇ ਦੇ ਐਬ ਫਰੋਲਣੇ ਇਹ ਦੋਵੇਂ ਕੰਮ ਮਾੜੇ ਹਨ। ਇਹ ਖਿਆਲ ਵੀ ਛੱਡ ਦਿਓ ਕਿ ਕੋਈ ਤੁਹਾਡਾ ਆਦਰ ਕਰਦਾ ਜਾਂ ਕੋਈ ਆਕੜ ਵਿਖਾਉਂਦਾ। ਜੋ ਮਨੁੱਖ ਲੋਹੇ ਤੇ ਸੋਨੇ ਨੂੰ ਇੱਕੋ ਜਿਹਾ ਜਾਣਦੇ ਹਨ ਉਹ ਭਗਵਾਨ ਦਾ ਰੂਪ ਹਨ। ਸੋਨਾ ਆਦਰ, ਲੋਹਾ ਨਰਾਦਰੀ। ਹਿੰਦੂ ਧਰਮ ਗ੍ਰੰਥਾਂ ਵਿੱਚ ਉਸਤਤ ਅਤੇ ਨਿੰਦਿਆ ਦਾ ਬੜਾ ਜ਼ਿਕਰ ਹੈ। देवते रिखी अथवा ब्राह्मण अपनी उस्तति सुन के मूँह मंगिया वर देण नूं अते अपनी निंदिया करन वाले नूं भयानक श्राप देण लई तैयार बर तैयार दिसदे हन। पर निंदा उस्तत ना जाकै कंचन लोहो समानो हरख सोग ते रहे अतीता जोगी ताहे बखानो। पन्ना 685। अर्थ जिस मनुख दे हिरदे विच पराई निंदिया जां पराई उस्तत नहीं, जिस लई सोना अते लोहा एक बराबर है। जिहड़ा मनुख खुशी गमी तो नरलेप रहिंदा है उस नूं ही जोगी कहा जाता है। उस्तत निंदा दो त्यागै खोजै पद निर्बाना जन नानक ए खेल कठन है किन्हू गुरमुख जाना। पन्ना 219। अर्थ उस मनुख ने असलीयत लभ लई है ਜਿਹੜਾ ਨਾ ਕਿਸੇ ਦੀ ਉਸਤਤ ਤੇ ਨਾ ਹੀ ਕਿਸੇ ਦੀ ਨਿੰਦਾ ਕਰਦਾ ਹੈ, ਤੇ ਜੋ ਉਸ ਆਤਮਿਕ ਅਵਸਥਾ ਦੀ ਭਾਲ ਕਰਦਾ ਹੈ ਜਿੱਥੇ ਵਾਸਨਾ ਪੋ ਨਹੀਂ ਸਕਦੀ। ਪਰ ਹੇ ਨਾਨਕ, ਇਹ ਜੀਵਨ ਖੇਡ ਖੇਡਣੀ ਬੜੀ ਔਖੀ ਹੈ। ਕੋਈ ਵਿਰਲਾ ਮਨੁੱਖ ਗੁਰੂ ਦੀ ਸਿੱਖਿਆ ਤੇ ਤੁਰ ਕੇ ਇਸ ਨੂੰ ਸਮਝਦਾ ਹੈ। ਨਹਿ ਨਿੰਦਿਆ ਨਹਿ ਉਸਤਤ ਜਾ ਕੈ ਲੋਭ ਮੋਹ ਅਭਿਮਾਨਾ ਹਰਖ ਸੋਗ ਤੇ ਰਹਿ ਨਿਆਰੋ ना हिमान अपमाना। पन्ना 633। उस्तत निंदा दो पर हर कीरत उर आनो जन नानक सब ही मैं पूर्ण एक पुरख भगवानो। पन्ना 1186। सुरग नरक अमृत बिख ए सब त्यों कंचन अर पैसा उस्तत निंदा ए सम जाकै लोभ मोह फुन तैसा। पन्ना 220। अर्थ ਉਹ ਮਨੁੱਖ ਪ੍ਰਭੂ ਦਾ ਰੂਪ ਹੈ ਜਿਸ ਨੂੰ ਸੁਰਗ ਨਰਕ ਅੰਮ੍ਰਿਤ ਅਤੇ ਜ਼ਹਿਰ ਸੋਨਾ ਅਤੇ ਤਾਂਬਾ ਪੈਸਾ ਇੱਕ ਸਮਾਨ ਪ੍ਰਤੀਤ ਹੁੰਦਾ ਹੈ, ਜਿਸ ਲਈ ਉਸਤਤ ਤੇ ਨਿੰਦਾ ਇੱਕੋ ਜਿਹੇ ਹਨ। ਭਾਵ ਭਾਵੇਂ ਕੋਈ ਨਿੰਦਿਆ ਕਰੇ ਤੇ ਭਾਵੇਂ ਕੋਈ ਉਸ ਦੀ ਵਡਿਆਈ ਕਰੇ, ਉਸ ਦੇ ਵਾਸਤੇ ਇੱਕ ਸਮਾਨ ਹਨ, ਜਿਸ ਦੇ ਹਿਰਦੇ ਵਿੱਚ ਨਾ ਹੀ ਲੋਭ ਅਤੇ ਨਾ ਹੀ ਮੋਹ ਹੈ। ਉਸਤਤ ਨਿੰਦਾ ਨਾਨਕ ਜੀ ਮੈਂ ਹੱਬ ਵਿਆਈ ਛੋੜਿਆ ਹੱਬ ਕਿਛ ਤਿਆਗੀ ਹੱਬੇ ਸਾਖ ਕੁੜਾਵੇ ਡਿਠੇ ਤੋ ਪੱਲੇ ਤੈਂਡੇ ਲਾਗੀ। ਪੰਨਾ 963। ਗੁਰੂ ਦੀ ਬਾਣੀ ਨੇ ਮਨੁੱਖ ਨੂੰ ਉਸਤਤ ਅਤੇ ਨਿੰਦਿਆ ਦੋਹਾਂ ਤੋਂ ਹੀ ਵਰਜਿਆ ਹੈ। ਇਹ ਦੋਵੇਂ ਉਸਤਤ ਨਿੰਦਾ ਲਗਭਗ ਇੱਕੋ ਪੱਧਰ ਦੇ ਐਬ ਅਥਵਾ ਔਗਣ ਸਮਝੇ ਜਾਂਦੇ ਹਨ, ਪਰ ਅਸੀਂ ਨਿੱਤ ਵੇਖਦੇ ਹਾਂ ਕਿ ਗੁਰੂ ਮਹਾਰਾਜ ਦੀ ਹੀ ਸਟੇਜ ਤੋਂ ਸਾਹਿਬਜ਼ਾਦਿਆਂ ਦੀ ਉਸਤਤ ਕੀਤੀ ਜਾਂਦੀ ਹੈ ਅਤੇ ਵਜ਼ੀਦ ਖਾਂ ਦੀ ਜਾਂ ਸੁੱਚਾਨੰਦ ਆਦਿ ਦੇ ਪਾਪਾਂ ਦਾ ਵਰਣਨ ਹੋ ਰਿਹਾ ਹੁੰਦਾ ਹੈ। ਇਸੇ ਤਰ੍ਹਾਂ ਜਦੋਂ ਭਾਈ ਸੋਖਾ ਸਿੰਘ ਮਹਿਤਾਬ ਸਿੰਘ ਦੇ ਗੁਣ ਗਾਏ ਜਾਂਦੇ ਹਨ ਅਤੇ ਮੱਸੇ ਰੰਗੜ ਨੂੰ ਫਿਟਕਾਰਾਂ ਪੈ ਰਹੀਆਂ ਹੁੰਦੀਆਂ ਹਨ, ਇਸੇ ਤਰ੍ਹਾਂ ਸਾਰੀ ਦੁਨੀਆ ਦੇ ਦੇਸ਼ਾਂ ਦਾ ਇਤਿਹਾਸ ਪੜ੍ਹ ਲਓ, ਉਸ ਵਿੱਚ ਕਿਸੇ ਦੀ ਸਿਫਤ ਅਥਵਾ ਉਸਤਤ ਕੀਤੀ ਹੋਈ ਹੈ ਅਤੇ ਕਿਸੇ ਨੂੰ ਮਾੜਾ ਕਹਿ ਕੇ ਨਿੰਦਿਆ ਹੋਇਆ, ਤਾਂ ਫਿਰ ਕੀ ਇਹ ਸਾਰੇ ਪੁਸਤਕ ਭੰਡਾਰ
ਉਸਤਤ ਨਿੰਦਿਆ ਦੇ ਪਾਪ ਦੇ ਹੀ ਖਜ਼ਾਨੇ ਮੰਨ ਲੈਣੇ ਚਾਹੀਦੇ ਹਨ। ਇਸ ਸ਼ੰਕੇ ਨੂੰ ਦੂਰ ਵੀ ਅਸਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਹੀ ਕਰਨਾ ਹੈ। ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਗੁਰਬਾਣੀ ਵਿੱਚ ਇੱਕ ਪਾਸੇ ਤਾਂ ਉਸਤਤ ਨੂੰ ਨਿੰਦਿਆ ਦੇ ਤੁੱਲ ਮੰਨਿਆ ਗਿਆ ਹੈ, ਪਰ ਬੇਅੰਤ ਗੁਰੂ ਸ਼ਬਦਾਂ ਵਿੱਚ ਉਸਤਤ ਨੂੰ ਚੰਗਾ ਫਰਮਾਨ ਕੀਤਾ ਹੋਇਆ ਹੈ। ਭਾਵ ਗੁਰਬਾਣੀ ਵਿੱਚ ਉਸਤਤ ਪਦ ਦੇ ਦੋ ਰੂਪ ਹਨ, ਜਦ ਕਿ ਨਿੰਦਿਆ ਦਾ ਕੋਈ ਦੂਜਾ ਅਰਥ ਗੁਰਬਾਣੀ ਦੇ ਕਿਸੇ ਸ਼ਬਦ ਵਿੱਚ ਨਹੀਂ ਮਿਲਦਾ। ਉਸਤਤ ਦਾ ਦੂਜਾ ਰੂਪ ਇਸ ਪ੍ਰਕਾਰ ਹੈ: ਪਿਤਾ ਮੇਰੋ ਬੜੋ ਧਨੀ ਅਗਮਾ, ਉਸਤਤ ਕਵਨ ਕਰੀਜੈ, ਕਰਤੇ ਪੇਖ ਰਹੇ ਬਿਸਮਾ। ਰਹਾਉ। ਪੰਨਾ 507। ਅਰਥ: ਹੇ ਕਰਤਾਰ, ਤੂੰ ਮੇਰਾ ਪਿਤਾ ਹੈ, ਤੂੰ ਸਾਡੀ ਸਿਆਣਪ ਦੀ ਪਹੁੰਚ ਤੋਂ ਪਰੇ ਹੈ। ਹੇ ਕਰਤਾਰ, ਤੇਰੀ ਕਿਹੜੀ ਕਿਹੜੀ ਵਡਿਆਈ ਅਸੀਂ ਕਰੀਏ, ਤੇਰੀ ਲੀਲਾ ਵੇਖ ਵੇਖ ਕੇ ਅਸੀਂ ਹੈਰਾਨ ਹੋ ਰਹੇ ਹਾਂ। ਤੁਮਰੀ ਉਸਤਤ ਤੁਮ ਤੇ ਹੋਏ, ਨਾਨਕ ਅਵਰ ਨ ਜਾਣ ਸਕੋਏ। ਪੰਨਾ 266। ਅਰਥ: ਹੇ ਪ੍ਰਭੂ, ਤੇਰੀ ਵਡਿਆਈ ਤੈਥੋਂ ਹੀ ਬਿਆਨ ਹੋ ਸਕਦੀ ਹੈ। ਭਾਵ ਤੇਰੀ ਵਡਿਆਈ ਤੂੰ ਹੀ ਜਾਣਦਾ ਹੈ, ਹੋਰ ਕੋਈ ਵੀ ਤੇਰੀ ਵਡਿਆਈ ਨਹੀਂ ਜਾਣਦਾ। ਉਸਤਤ ਮਨ ਮੈਂ ਕਰ ਨਿਰੰਕਾਰ, ਕਰ ਮਨ ਮੇਰੇ ਸਤ ਵਿਵਹਾਰ। ਪੰਨਾ 281। ਜਿਹਬਾ ਏਕ ਉਸਤਤ ਅਨੇਕ, ਸਤ ਪੁਰਖ ਪੂਰਨ ਬਵੇਕ। ਪੰਨਾ 287। ਅਰਥ: ਮਨੁੱਖ ਦੀ ਜੀਭ ਇੱਕ ਹੈ, ਪਰ ਪੂਰਨ ਪੁਰਖ ਸਦਾ ਅਟਲ ਅਤੇ ਹਰ ਥਾਂ ਵਿਆਪਕ ਪ੍ਰਭੂ ਦੇ ਅਨੇਕ ਗੁਣ ਹਨ। ਉਸਤਤ ਤੋਂ ਭਾਵ ਗੁਣ। ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਸਾਵਧਾਨ ਇਕਾਗਰ ਚੀਤ। ਪੰਨਾ 295। ਉਸਤਤ ਕਰੇ ਕੇਤੇ ਮੁਨ ਪ੍ਰੀਤ, ਤਨ ਮਨ ਸੋਚੇ ਸਾਚ ਸੁਚੀਤ। ਨਾਨਕ ਹਰ ਭਜ ਨੀਤਾ ਨੀਤ। ਪੰਨਾ 222। ਅਰਥ: ਅਨੇਕਾਂ ਹੀ ਮੁਨੀ ਪਵਿੱਤਰ ਸਰੀਰ ਨਾਲ, ਪਵਿੱਤਰ ਮਨ ਨਾਲ ਪਿਆਰ ਵਿੱਚ ਜੁੜ ਕੇ ਪਰਮਾਤਮਾ ਦੀ ਸਿਫਤ ਸਲਾਹ ਕਰਦੇ ਹਨ। ਪ੍ਰਭੂ ਉਹਨਾਂ ਦੇ ਹਿਰਦੇ ਵਿੱਚ ਵਸਦਾ ਹੈ। ਤੂੰ ਵੀ ਸਦਾ ਸਦਾ ਉਸ ਪਰਮਾਤਮਾ ਦਾ ਭਜਨ ਕਰ। ਆਦ ਜੁਗਾਦ ਭਗਤਨ ਕਾ ਰਾਖਾ, ਉਸਤਤ ਕਰ ਕਰ ਜੀਵਾ। ਨਾਨਕ ਨਾਮ ਮਹਾ ਰਸ ਮੀਠਾ, ਅਨ ਦਿਨ ਮਨ ਤਨ ਪੀਵਾ। ਪੰਨਾ 778। ਅਜਿਹੇ ਹੋਰ ਕਈ ਗੁਰੂ ਸ਼ਬਦ ਹਨ ਜਿਨ੍ਹਾਂ ਵਿੱਚ ਉਸਤਤ ਕਰਨ ਦਾ ਉਪਦੇਸ਼ ਹੈ। ਫਿਰ ਉਸਤਤ ਨੂੰ ਨਿੰਦਿਆ ਦੇ ਬਰਾਬਰ ਕਿਸ ਕਾਰਨ ਲਿਖਿਆ ਹੈ? ਇਹਨਾਂ ਗੁਰਬਾਣੀ ਸ਼ਬਦਾਂ ਨੂੰ ਗਹੁ ਨਾਲ ਪੜ੍ਹ ਕੇ ਤਾਂ ਸਮਝ ਆਉਂਦੀ ਹੈ ਕਿ ਉਸਤਤ ਅਥਵਾ ਵਡਿਆਈ ਕੇਵਲ ਅਤੇ ਕੇਵਲ ਪ੍ਰਭੂ ਦੀ ਹੀ ਕਰਨ ਦਾ ਉਪਦੇਸ਼ ਹੈ। ਕਿਸੇ ਮਨੁੱਖ ਦੀ ਝੂਠੀ ਖੁਸ਼ਾਮਦ ਕਰਨੀ ਅਥਵਾ ਕਿਸੇ ਮਨੁੱਖ ਨੂੰ ਖੁਸ਼ ਕਰਨ ਵਾਸਤੇ ਉਸ ਦੀ ਵਡਿਆਈ ਕਰਨੀ ਅਥਵਾ ਉਸ ਦੀ ਝੋਲੀ ਚੁੱਕਣੀ ਓਨੀ ਹੀ ਮਾੜੀ ਹੈ ਜਿੰਨੀ ਕਿਸੇ ਨੂੰ ਬਦਨਾਮ ਕਰਨ ਵਾਸਤੇ ਝੂਠੀ ਉਂਝ ਲਾਉਣੀ। ਜਿਵੇਂ ਨਿੰਦਕ ਘੋਰ ਨਰਕਾਂ ਦੇ ਭਾਗੀ ਬਣਦੇ ਹਨ, ਠੀਕ ਉਸੇ ਤਰ੍ਹਾਂ ਹੀ ਖੁਸ਼ਾਮਦੀ ਦਾ ਆਤਮਿਕ ਜੀਵਨ ਵੀ ਨਸ਼ਟ ਹੋ ਰਿਹਾ ਹੁੰਦਾ ਹੈ। ਇਸ ਦਾ ਅਰਥ ਇਹ ਨਹੀਂ ਸਮਝ ਲੈਣਾ ਕਿ ਕਿਸੇ ਮਨੁੱਖ ਦੇ ਚੰਗੇ ਗੁਣ ਵੀ ਨਹੀਂ ਦੱਸਣੇ ਚਾਹੀਦੇ। ਚੰਗੇ ਅਥਵਾ ਭਲੇ ਪੁਰਸ਼ ਦੀ ਚੰਗਿਆਈ ਦੱਸਣੀ ਸਮਾਜ ਵਾਸਤੇ ਲਾਹੇਵੰਦ ਸਾਬਤ ਹੋ ਸਕਦੀ ਹੈ, ਪਰ ਕਿਸੇ ਨੂੰ ਖੁਸ਼ ਕਰਨ ਵਾਸਤੇ ਉਸ ਦੀ ਵਾਧੂ ਉਸਤਤ ਨਹੀਂ ਕਰਨੀ। ਕਿਸੇ ਅਪਰਾਧੀ ਦੇ ਅਪਰਾਧ ਦੀ ਸਾਖੀ ਸੱਚ ਸੱਚ ਜ਼ਾਹਰ ਕਰ ਦੇਣ ਵਿੱਚ ਸਮਾਜੀ ਭਲਾਈ ਹੋ ਸਕਦੀ ਹੈ, ਪਰ ਕਿਸੇ ਬੁਰੇ ਆਦਮੀ ਨੂੰ ਵੀ ਵਾਧੂ ਬਦਨਾਮ ਕਰਨ ਲਈ ਕੋਈ ਝੂਠੀ ਗੱਲ ਕੋਲੋਂ ਬਣਾ ਕੇ ਨਹੀਂ ਕਰਨੀ ਚਾਹੀਦੀ। ਉਂਝ ਲੱਗਦੇ ਚਾਰੇ ਬਦ ਦੀ ਬਦੀ ਤੇ ਪਰਦਾ ਪਾ ਕੇ ਉਸ ਬਦ ਨੂੰ ਸੁਧਰਨ ਦਾ ਮੌਕਾ ਦੇਣਾ, ਵੇਖ ਕੇ ਅਣਡਿੱਠ ਕਰਨਾ ਵੀ ਸਿੱਖੀ ਦੀ ਮਰਜ਼ਾਦਾ ਹੈ। ਮਨੁੱਖ ਦਾ ਮਨ ਅਥਵਾ ਸਰੀਰ ਸਮੇਂ ਦੇ ਪ੍ਰਭਾਵ ਹੇਠ ਹੈ। ਸਮੇਂ ਅਤੇ ਜ਼ਿੰਦਗੀ ਦਾ ਜੋ ਸੰਘਰਸ਼ ਚੱਲ ਰਿਹਾ ਹੈ, ਉਸ ਕਾਰਨ ਕਈ ਤਰ੍ਹਾਂ ਦੀਆਂ ਤਬਦੀਲੀਆਂ ਆਉਂਦੀਆਂ ਹਨ। ਅੱਜ ਦਾ ਭਲਾ ਕੱਲ੍ਹ ਕਚਹਿਰੀ ਵਿੱਚ ਦੋਸ਼ੀ ਬਣਿਆ ਖਲੋਤਾ ਵੇਖਿਆ ਜਾ ਸਕਦਾ ਹੈ। ਅੱਜ ਦਾ ਚੋਰ ਭੂਮੀਆਂ ਕੱਲ੍ਹ ਭਾਈ ਭੂਮੀਆਂ ਬਣ ਕੇ ਗਰੀਬਾਂ ਲੋੜਵੰਦਾਂ ਦੀ ਸੇਵਾ ਕਰਦਿਆਂ ਵੇਖਿਆ ਗਿਆ। ਇਸ ਲਈ ਕਿਸੇ ਮਨੁੱਖ ਦੀ ਵਾਧੂ ਉਸਤਤ ਕਰਕੇ ਉਸ ਨੂੰ ਦੇਵਤਾ ਸਿੱਧ ਕਰੀ ਜਾਣਾ ਕਈ ਵਾਰੀ ਪਸ਼ੇਮਾਨੀ ਦਾ ਕਾਰਨ ਬਣਦਾ ਹੈ। ਅੱਜ ਦਾ ਨੇਕ ਮਨੁੱਖ ਕੱਲ੍ਹ ਬੁਰਾ ਹੋ ਕੇ ਦਿਸਣ ਲੱਗ ਪੈਂਦਾ ਹੈ। ਕੱਲ੍ਹ ਜਿਸ ਲੀਡਰ ਦੇ ਰਸਤੇ 'ਤੇ ਲੋਕ ਅੱਖੀਆਂ ਵਿਛਾਉਂਦੇ ਸਨ, ਅੱਜ ਫਿਰ ਉਸੇ ਦੇ
ਗੰਦੇ ਆਂਡੇ ਤੇ ਸੜੇ ਹੋਏ ਟਮਾਟਰ ਵਗਾ ਮਾਰ ਰਹੇ ਹੁੰਦੇ ਹਨ। ਕਿਸੇ ਨੂੰ ਇੱਕਦਮ ਗੰਦਾ ਵੀ ਨਹੀਂ ਮੰਨ ਲੈਣਾ ਚਾਹੀਦਾ, ਕਿਉਂਕਿ ਅੱਜ ਦਾ ਅਪਰਾਧੀ ਕੱਲ੍ਹ ਨੂੰ ਪ੍ਰਭੂ ਭਗਤ ਅਤੇ ਮਨੁੱਖਤਾ ਦਾ ਸੇਵਾਦਾਰ ਬਣਿਆ ਵੀ ਲੋਕਾਂ ਨੇ ਵੇਖਿਆ। ਪਰਮਾਤਮਾ ਹੀ ਸਦਾ ਸਥਿਰ ਹੈ, ਪ੍ਰਭੂ ਤੇ ਹੀ ਸਮੇਂ ਦਾ ਕੋਈ ਅਸਰ ਨਹੀਂ ਹੈ। ਈਸ਼ਵਰ ਹੀ ਅਟਲ ਨਿਯਮ ਵਾਲਾ ਹੈ, ਉਹੀ ਸਦਾ ਲਈ ਇੱਕਸਾਰ ਸੁਭਾਅ ਅਤੇ ਸਾਵੇਂ ਵਤੀਰੇ ਵਾਲਾ ਹੈ। ਸੋ ਕੇਵਲ ਉਸ ਦੀਆਂ ਹੀ ਸਿਫਤਾਂ ਕਰਨ ਦਾ ਉਪਦੇਸ਼ ਹੈ। ਦੁਨੀਆ ਨਾ ਸਾਲਾ ਜੋ ਮਰ ਵੰਝ ਸੀ, ਲੋਕਾਂ ਨਾ ਸਾਲਾ ਜੋ ਮਰ ਖਾਕ ਥੀ। ਵਾਹ ਮੇਰੇ ਸਾਹਿਬਾ ਵਾਹ, ਗੁਰਮੁਖ ਸਦਾ ਸਲਾਹੀਐ, ਸੱਚਾ ਬੇਪਰਵਾਹ ਰਹਾਓ। ਦੁਨੀਆ ਕੇਰੀ ਦੋਸਤੀ, ਮਨਮੁਖ ਦਜ ਮਰਨ, ਜਮਪੁਰ ਬੱਧੇ ਮਾਰੀਆਂ, ਵੇਲਾ ਨਾਲ ਹਨ। ਗੁਰਮੁਖ ਜਨਮ ਸਖਾਰਥਾ, ਸੱਚੇ ਸ਼ਬਦ ਲਗਨ, ਆਤਮ ਰਾਮ ਪ੍ਰਗਾਸਿਆ, ਸਹਿਜੇ ਸੋਖ ਰਹਨ। ਗੁਰ ਕਾ ਸ਼ਬਦ ਵਿਸਾਰਿਆ, ਦੂਜੇ ਭਾਏ ਰਚਨ, ਤ੍ਰਿਸ਼ਨਾ ਭੁੱਖ ਨ ਉਤਰੈ, ਅਨ ਦਿਨ ਜਲਤ ਫਿਰਨ। ਦੁਸ਼ਟਾਂ ਨਾਲ ਦੋਸਤੀ, ਨਾਲ ਸੰਤਾਂ ਵੈਰ ਕਰਨ, ਆਪ ਡੁੱਬੇ ਕੁਟੰਬ ਸਿਉ, ਸਗਲੇ ਕੁਲ ਡੁਬਨ। ਨਿੰਦਾ ਭਲੀ ਕਿਸੇ ਕੀ ਨਾਹੀ, ਮਨਮੁਖ ਮੁਗਧ ਕਰਨ। ਮੂੰਹ ਕਾਲੇ ਤਿੰਨ ਨਿੰਦਕਾਂ, ਨਰਕੇ ਘੋਰ ਪਵਨ। ਪੰਨਾ 755। ਅਰਥ, ਹੇ ਭਾਈ, ਦੁਨੀਆ ਦੀ ਖੁਸ਼ਾਮਦ ਨਾ ਕਰਦਾ ਫਿਰ, ਦੁਨੀਆ ਤਾਂ ਨਾਸ ਹੋ ਜਾਵੇਗੀ, ਸਮੇਂ ਦੇ ਪ੍ਰਭਾਵ ਹੇਠ ਹੈ। ਲੋਕਾਂ ਨੂੰ ਵੀ ਨਾ ਵਡਿਆਉਂਦਾ ਫਿਰ, ਇਹਨਾਂ ਨੇ ਵੀ ਮਰ ਕੇ ਮਿੱਟੀ ਹੋ ਜਾਣਾ ਹੈ। ਮਨੁੱਖ ਵੀ ਸਮੇਂ ਦੇ ਹੀ ਪ੍ਰਭਾਵ ਹੇਠ ਹੈ। ਹੇ ਮੇਰੇ ਮਾਲਕ, ਤੂੰ ਧਨ ਹੈ, ਤੂੰ ਹੀ ਸਲਾਉਣ ਯੋਗ ਹੈ। ਹੇ ਭਾਈ, ਗੁਰੂ ਦੀ ਸ਼ਰਨ ਪੈ ਕੇ ਗੁਰਮੁਖ ਬਣ ਕੇ ਸਦਾ ਉਸ ਪਰਮਾਤਮਾ ਦੀ ਸਿਫਤ ਸਲਾਹ ਕਰਨੀ ਚਾਹੀਦੀ ਹੈ, ਜੋ ਸਦਾ ਕਾਇਮ ਰਹਿਣ ਵਾਲਾ ਹੈ ਅਤੇ ਜਿਸ ਨੂੰ ਕਿਸੇ ਦੀ ਮੁਹਤਾਜੀ ਨਹੀਂ ਹੈ। ਰਹਾਓ। ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨਮੁਖ, ਗੁਰੂ ਦੀ ਸਿੱਖਿਆ ਤੇ ਨਾ ਤੁਰਨ ਵਾਲਾ ਆਪ ਹੁਦਰਾ ਮਨੁੱਖ ਦੁਨੀਆ ਦੀ ਮਿੱਤਰਤਾ ਵਿੱਚ ਹੀ ਸੜ ਮਰਦੇ ਹਨ, ਆਤਮਿਕ ਜੀਵਨ ਨਸ਼ਟ ਕਰ ਲੈਂਦੇ ਹਨ, ਅੰਤ ਜਮਰਾਜ ਦੇ ਦਰ ਤੇ ਚੋਟਾਂ ਖਾਂਦੇ ਹਨ। ਉਦੋਂ ਉਹਨਾਂ ਨੂੰ ਹੱਥੋਂ ਖੁੰਝਿਆ ਮਨੁੱਖਾ ਜਨਮ ਦਾ ਸਮਾਂ ਹੱਥ ਨਹੀਂ ਮਿਲਦਾ। ਜਿਹੜੇ ਮਨੁੱਖ ਗੁਰੂ ਦੀ ਸ਼ਰਨ ਪੈਂਦੇ ਹਨ, ਉਹਨਾਂ ਦਾ ਜੀਵਨ ਸਫਲਾ ਹੋ ਜਾਂਦਾ ਹੈ, ਕਿਉਂਕਿ ਉਹ ਪ੍ਰਭੂ ਦੀ ਬਾਣੀ ਵਿੱਚ ਜੁੜੇ ਰਹਿੰਦੇ ਹਨ। ਉਹਨਾਂ ਦੇ ਅੰਦਰ ਸਰਬ ਵਿਆਪਕ ਪਰਮਾਤਮਾ ਦਾ ਪ੍ਰਕਾਸ਼ ਹੋ ਜਾਂਦਾ ਹੈ। ਉਹ ਆਤਮਿਕ ਅਡੋਲਤਾ ਵਿੱਚ ਆਨੰਦ ਮਗਨ ਰਹਿੰਦੇ ਹਨ। ਜਿਹੜੇ ਮਨੁੱਖ ਗੁਰੂ ਦੀ ਬਾਣੀ ਭੁਲਾ ਦਿੰਦੇ ਹਨ, ਉਹ ਮਾਇਆ ਦੇ ਮੋਹ ਵਿੱਚ ਮਸਤ ਰਹਿੰਦੇ ਹਨ। ਉਹਨਾਂ ਦੇ ਅੰਦਰੋਂ ਮਾਇਆ ਦੀ ਤ੍ਰੇਹ ਭੁੱਖ ਦੂਰ ਨਹੀਂ ਹੁੰਦੀ, ਤ੍ਰਿਸ਼ਨਾ ਦੀ ਅੱਗ ਵਿੱਚ ਸੜਦੇ ਫਿਰਦੇ ਹਨ। ਅਜਿਹੇ ਮਨੁੱਖ ਭੈੜੇ ਬੰਦਿਆਂ ਨਾਲ ਮਿੱਤਰਤਾ ਗੰਢੀ ਰੱਖਦੇ ਹਨ ਅਤੇ ਸੰਤ ਜਨਾਂ ਨਾਲ ਵੈਰ ਕਰਦੇ ਹਨ। ਉਹ ਆਪ ਆਪਣੇ ਸਮੇਤ ਸੰਸਾਰ ਸਮੁੰਦਰ ਵਿੱਚ ਡੁੱਬ ਜਾਂਦੇ ਹਨ। ਆਪਣੀਆਂ ਕੁਲਾਂ ਨੂੰ ਵੀ ਆਪਣੀ ਸੰਗਤ ਨਾਲ, ਆਪਣੀ ਖੋਟੀ ਮੱਤ ਦਾ ਰੰਗ ਚਾੜ ਕੇ ਆਪਣੇ ਹੋਰ ਰਿਸ਼ਤੇਦਾਰਾਂ ਨੂੰ ਵੀ ਨਾਲ ਹੀ ਡੋਬ ਲੈਂਦੇ ਹਨ। ਕਿਸੇ ਦੀ ਵੀ ਨਿੰਦਿਆ ਬਦਨਾਮੀ ਕਰਨੀ ਚੰਗਾ ਕੰਮ ਨਹੀਂ ਹੈ। ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਹੀ ਨਿੰਦਾ ਕਰਦੇ ਹਨ। ਲੋਕ ਪਰਲੋਕ ਵਿੱਚ ਉਹ ਬਦਨਾਮੀ ਖੱਟਦੇ ਹਨ ਅਤੇ ਭਿਆਨਕ ਨਰਕ ਵਿੱਚ ਪੈਂਦੇ ਹਨ, ਭਾਵ ਬੜੇ ਸਖਤ ਆਤਮਿਕ ਦੁੱਖ ਭੋਗਦੇ ਹਨ। ਗੁਰੂ ਦੇ ਕਿਸੇ ਵੀ ਉਪਦੇਸ਼ ਦੀ ਕੋਈ ਪਰਵਾਹ ਨਾ ਕਰਕੇ ਅਸੀਂ ਵਿਆਹ ਸ਼ਾਦੀਆਂ ਸਮੇਂ ਕੁੜੀ ਮੁੰਡੇ ਦੀ ਅਥਵਾ ਉਹਨਾਂ ਦੇ ਪਰਿਵਾਰਾਂ ਦੀ ਉਸਤਤ, ਸੋਹਲੇ ਵਡਿਆਈ ਦੇ ਗੀਤ ਅਥਵਾ ਸਿਹਰੇ ਪੜ੍ਹਦੇ ਗਾਉਂਦੇ ਹਾਂ। ਕਿਸੇ ਦਾਨੀ ਅਥਵਾ ਸਿਆਸੀ ਵਿਅਕਤੀ ਦੀ ਖੁਸ਼ਾਮਦ ਗੁਰੂ ਦਰਬਾਰ ਵਿੱਚ ਹੀ ਕਰਦੇ ਹਾਂ। ਗੁਰੂ ਵੱਲੋਂ ਮੁੱਖ ਮੋੜ ਕੇ ਉਸਤਤ ਅਤੇ ਨਿੰਦਾ ਬ੍ਰਾਹਮਣੀ ਮੱਤ ਦੇ ਅਨੁਸਾਰ ਹੀ ਕਰ ਰਹੇ ਹੁੰਦੇ ਹਾਂ। ਆਪਣੀ ਇਸ ਖੁਸ਼ਾਮਦੀ ਅਤੇ ਹੰਕਾਰੀ ਮੱਤ ਦੇ ਅਸਰ ਅਧੀਨ ਅਸੀਂ ਵਿਪਰ ਰੀਤੀ ਦੇ ਧਾਰਨੀ ਹੋਣ ਦਾ ਐਲਾਨ ਗੁਰੂ ਦਰਬਾਰ ਵਿੱਚ ਹੀ ਕਰ ਰਹੇ ਹੁੰਦੇ ਹਾਂ। ਨੰਨ੍ਹਾਂ ਯਾਣੋ ਦ੍ਰਿੜ ਸਹੀ, ਬਿਨ ਸਜਾਤ ਇਹ ਹੇਤ, ਗਣਤੀ ਗਣੋ ਨ ਗਣ ਸਕੋ, ਊਠ ਸਿਧਾਰੇ ਕੇਤ। ਜਿਉ ਪੇਖੋਂ ਸੋ ਬਿਨਸਤੋ, ਕਾਸਿਉ ਕਰੀਏ ਸੰਗ, ਯਾਣੋ ਇਹ ਬਿਦ ਸਹੀ ਚਿਤ, ਝੂਠੋ ਮਾਇਆ ਰੰਗ।
ਜਾਣਤ ਸੋਈ ਸੰਤ सोए, ਭ੍ਰਮ ਕੇ ਕੀਚਤ ਭਿੰਨ, ਅੰਧਕੂਪ ਤੇ ਤਿਹ ਕੱਢੋ, ਜੇ ਹੋਵੋ ਸੋ ਪ੍ਰਸੰਨ, ਜਾਂ ਕੈ ਹਾਥ ਸਮਰੱਥ ਤੇ, ਕਾਰਨ ਕਰਨੇ ਯੋਗ, ਨਾਨਕ ਤਿਹ ਉਸਤਤ ਕਰੋ, ਯਾਹੂ ਕੀਓ ਸੰਜੋਗ। ਪੰਨਾ 255। ਕਿਤਾਬ ਵਿਪਰਨ ਕੀ ਰੀਤ ਤੋਂ ਸੱਚ ਦਾ ਮਾਰਗ, ਭਾਗ ਦੂਜਾ। ਲੇਖਕ ਸਰਦਾਰ ਗੁਰਬਖਸ਼ ਸਿੰਘ ਕਾਲਾ ਅਫਗਾਨਾ। 6ਵੇਂ ਕਾਂਡ ਦਾ 19ਵਾਂ ਭਾਗ। ਆਵਾਜ਼ ਗੁਰਜੰਟ ਸਿੰਘ ਰੂਪੋਵਾਲੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।